अस्सलाम वालेकुम जी, की हाल चाल है सारे भाई? ठीक हो, राजी हो? मैं ਤੁਹਾਡਾ ਆਪਣਾ ਵੀਰ ਨਈਮ ਨੱਤ ਤੇ ਅੱਜ ਨਈਮ ਨੱਤ ਦੇ ਨਾਲ ਮੇਰਾ ਵੀ ਇੱਕ ਸੋਹਣਾ ਜਿਹਾ ਵੀਰ ਹੈ ਚੌਰ ਇਮਰਾਨ ਬਾਜਵਾ। ਡੇਰਾ ਬਾਜਵਿਆਂ ਤੋਂ ਇਮਨਾਬਾਦ ਸਾਡਾ ਸ਼ਹਿਰ ਹੈ। ਇਲੈਕਸ਼ਨ 2024 ਲੰਘਿਆ, ਬੜੀਆਂ ਸਾਰੀਆਂ ਗੱਲਾਂ ਸਨ ਮੇਰੇ ਕੋਲ ਕਰਨ ਵਾਸਤੇ, ਲੇਕਿਨ ਟਾਈਮ ਦੀ ਕਮੀ ਦੀ ਵਜ੍ਹਾ ਤੋਂ ਮੈਂ ਆਨ ਦੀ ਰਿਕਾਰਡ ਨਹੀਂ ਆ ਸਕਿਆ। ਬਾਜਵਾ ਸਾਹਿਬ 2024 ਦੇ ਇਲੈਕਸ਼ਨ ਦੇ ਵਿੱਚ ਮੈਂ ਸਮਝਦਾ ਵਾਂ ਕਿ ਦੋ ਭਲਵਾਨ ਲੜਦੇ ਹੋਣ ਤੇ ਜਿੱਤ ਕਿਸੇ ਇੱਕ ਦੀ ਹੋਣੀ। ਕੀ ਖਿਆਲ ਹੈ? ਬਿਲਕੁਲ। ਤੇ ਚਲੋ ਕੋਈ ਹਰਿਆ ਕੋਈ ਜਿੱਤਿਆ, ਜਿਹੜੇ ਜਿੱਤ ਗਏ ਨੇ ਉਹਨਾਂ ਨੂੰ ਸ਼ੁਕਰ ਅੱਲਾ ਦਾ ਕਰਨਾ ਚਾਹੀਦਾ ਤੇ ਜਿਹੜੇ ਹਾਰ ਗਏ ਨੇ ਉਹਨਾਂ ਨੂੰ ਫਿਰ ਅਗਲੀ ਵਾਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀ ਕੋ ਉਹਨਾਂ 'ਚ ਕਮੀ ਕੁਤਾਈ ਰਹਿ ਗਈ ਹੈ ਵੀ ਆਪਣੀ ਪੂਰੀ ਕਰਨ। ਮੈਨੂੰ ਇੱਕ ਗੱਲ ਯਾਦ ਆਈ, ਉਹ ਆਂਦੇ ਨਾ ਕਿਸੇ ਕਹਾਣੀਆਂ ਦੇ ਵਿੱਚ ਜਿਹੜਾ ਨਾ ਹਦਾਇਤ ਹੁੰਦੀ ਹੈ ਜੀ। ਕੋਈ ਬੰਦਾ ਸੀ ਨਾ ਤੇ ਉਹਦੀ ਮਾਂ ਨੇ ਉਹਨੂੰ ਘੱਲਿਆ, ਉਹਨੇ ਕਿਹਾ ਜਾ ਆਗਾ ਵੇਲੀ ਚੋਂ ਨਾ ਗੋਹੇ ਲੈ ਕੇ ਆ ਡੇਰੇ ਤੋਂ। ਗੋਹੇ ਸਮਝਦੇ ਹੋ? ਅੱਗ ਬਾਲਣ ਵਾਸਤੇ ਪੰਜਾਬੀ ਚ ਅਸੀਂ ਕਹਿੰਦੇ ਗੋਹੇ, ਥਾਪੀਆਂ ਥੂਪੀਆਂ, ਪਤਾ ਨਹੀਂ ਤੁਹਾਡੇ ਏਰੀਏ ਚ ਕਹਿ ਦਿੰਦੇ ਨੇ, ਕੋਈ ਗੋਹੇ ਕਹਿ ਦਿੰਦੇ। ਉਹ ਗੋਹੇ ਲੈਣ ਗਿਆ ਤੇ ਉਹਨੇ ਵੇਖਿਆ ਤੇ ਇੱਕ ਸਇਆ ਜਿਹੜਾ ਨਾ ਉਹਨੂੰ ਨਜ਼ਰ ਆਇਆ, ਤੇ ਸਇਆ ਸੀ ਜ਼ਖਮੀ, ਜੰਗਲੀ। ਉਹਨੇ ਉਹ ਭੱਜ ਕੇ ਫੜ ਲਿਆ। ਉਹਨੇ ਗੋਹੇ ਉੱਥੇ ਹੀ ਧਰੇ ਤੇ ਉਹਨੇ ਸਇਆ ਫੜਿਆ ਤੇ ਮਾਂ ਦੇ ਕੋਲ ਆ ਗਿਆ। ਉਹਨੇ ਆਖਿਆ ਮਾਂ ਵੇ ਅੱਜ ਮੈਂ ਸਇਆ ਸ਼ਿਕਾਰ ਕਰਕੇ ਆਂਦਾ। ਉਹਨੇ ਆਖਿਆ ਪੁੱਤਰ ਬੱਲੇ ਬੱਲੇ, ਬੜਾ ਚੰਗਾ ਕੀਤਾ ਜੀ। ਉਹਨਾਂ ਸਇਆ ਹਲਾਲ ਕੀਤਾ, ਉਹ ਸ਼ਿਕਾਰ ਜਿਹੜਾ ਹਲਾਲ ਕਰਕੇ ਤੇ ਉਹ ਪਕਾਇਆ ਖਾਧਾ। ਦਿਨ ਚੜਿਆ ਤੇ ਉਹਦੀ ਮਾਂ ਨੇ ਆਖਿਆ, ਉਹਨੇ ਆਖਿਆ ਪੁੱਤਰ ਕੱਲ ਵੀ ਤੂੰ ਗੋਹੇ ਨਹੀਂ ਲਿਆਂਦੇ ਤੇ ਅੱਜ ਵੀ ਨਹੀਂ ਲਿਆਂਦੇ ਤੇ ਮੁੱਕ ਚੱਲੇ ਨੇ ਤੇ ਜਾ ਗਾਉਂ ਫਿਰ ਅੱਜ ਗੋਹੇ ਖੂਹ ਤੋਂ ਲੈ ਕੇ। ਉਹਨੇ ਕਿਹਾ ਮਾਂ ਹੁਕਮ ਕਰ, ਗੋਹੇ ਲੈ ਕੇ ਆਵਾਂ ਕਿ ਸਹੇ ਲੈ ਕੇ ਆਵਾਂ? ਗੋਹਿਆਂ ਨੂੰ ਜਾ ਕੇ ਸਹਿਆਂ ਨੂੰ ਜਾ? ਉਹਨੇ ਆਖਿਆ ਪੁੱਤਰ ਗੋਹਿਆਂ ਨੂੰ ਫਿਰ ਦਫਾ ਕਰ, ਤੂੰ ਸਹੀ ਲਿਆ, ਫਿਰ ਅੱਜ ਵੀ ਸ਼ਿਕਾਰ ਹੀ ਖਾਣੇ ਆ। ਚਲੋ ਗਿਆ, ਸਾਰੀ ਦਿਹਾੜੀ ਉਹ ਫਿਰਦਾ ਟੁਰਦਾ ਰਿਹਾ। ਉਹ ਸਹਿਆ ਹੁਣ ਕਿੱਥੋਂ ਲੱਭੇ? ਉੱਥੇ ਕੁਝ ਜਗਾੜ ਲੱਗ ਗਿਆ ਨਾ। ਉਹਦੀ ਮਾਂ ਹੁਣ ਇਸੇ ਰਸਤੇ ਬੈਠੀ ਵੀ ਮੇਰਾ ਪੁੱਤਰ ਗਿਆ ਤੇ ਇਹਨੇ ਹੁਣੇ ਸ਼ਿਕਾਰ ਕਰਕੇ ਲੈ ਆਉਣਾ ਤੇ ਬੜਾ ਵੱਡਾ ਸ਼ਿਕਾਰੀ ਹੈ। ਉਹ ਰਾਤ ਨੂੰ ਵਾਪਸ ਆ ਗਿਆ ਸ਼ਾਮ ਦੀ ਅਜ਼ਾਨ ਨੇ। ਉਹਨੇ ਆਖਿਆ ਪੁੱਤਰ ਸ਼ਿਕਾਰ ਉਹ ਸਹਿਆ ਕਿੱਥੇ? ਉਹਨੇ ਕਿਹਾ ਮਾਂ ਸ਼ਾਇਦ ਲੱਭੀ ਹੋਈ ਕੋਈ ਨਹੀਂ। ਤੇ ਉਹਨੇ ਤੇਰਾ ਮਰੇ ਮਾਲ ਮੈਂ ਸੀ ਅੱਜ ਦਾਲ ਤੋਂ ਵੀ ਰਹਿ ਗਿਆ। ਮੈਨੂੰ ਪਤਾ ਹੁੰਦਾ ਤੂੰ ਇੰਨੇ ਜੋਗਾ ਨਹੀਂ, ਤੂੰ ਮੈਨੂੰ ਉਦੋਂ ਹੀ ਗੱਲ ਦੱਸ ਦਿੰਦਾ ਪੁੱਤਰ ਤੇਰਾ ਜਗਾੜ ਲੱਗਾ ਸੀ। ਉਦੋਂ ਤੇ ਤੂੰ ਮੈਨੂੰ ਆਖਿਆ ਵੀ ਮੈਂ ਸ਼ਿਕਾਰ ਕਰਕੇ ਲਿਆਂਦਾ ਤੇ ਤੇਰਾ ਤੂੰ ਜਗਾੜ ਲੱਗ ਗਿਆ, ਤੇ ਤੂੰ ਮੈਨੂੰ ਉਦੋਂ ਹੀ ਗੱਲ ਦੱਸ ਦਿੰਦਾ ਸੀ ਅੱਜ ਦਾਲ ਤੋਂ ਭੁੱਖੇ ਮਰ ਗਿਆ। ਫਿਰ ਕੋਈ ਬਾਜ਼ਾਰੋਂ ਆਂਦੇ ਨੇ ਲਿਆ ਕੇ ਉਹਨਾਂ ਰੋਟੀ ਦੀ ਬੁਰਕੀ ਖਾਧੀ। ਹੁਣ ਗੱਲ ਤੇ ਜ਼ਰਾ ਸ਼ੁਗਲੀ ਹੈ, ਲੇਕਿਨ ਗੱਲ ਦਾ ਪਿੱਛੇ ਲੁੱਬੇ ਲੁਬਾਬ ਜਿਹੜਾ ਨਾ ਬਾਜਵਾ ਸਾਹਿਬ ਵਿੱਚ ਕਈ ਕੈਂਡੀਡੇਟ ਐਸੇ ਨੇ ਜਿਨ੍ਹਾਂ ਦਾ ਜੁਗਾੜ ਲੱਗ ਗਿਆ। ਉਹ ਕੈਂਡੀਡੇਟਾਂ ਦੇ ਜਿਹੜੇ ਅੱਗੋਂ ਨੇ ਨਾ ਕੈਂਡੀਡੇਟ ਅੱਗੇ ਜਿਹੜੇ ਤਾਬੇਦਾਰ ਨੇ, ਜਿਹੜੇ ਵੋਟਰ ਸਪੋਰਟਰ ਨੇ, ਉਹਨਾਂ ਦਾ ਵੀ ਪਿੰਡਾਂ 'ਚ ਜੁਗਾੜ ਲੱਗਾ ਹੈ। ਲੇਕਿਨ ਜੁਗਾੜ ਲੱਗਾ ਤੇ ਸ਼ੁਕਰ ਅੱਲਾ ਦਾ ਕਰਨ ਯਾਰ, ਅੱਲਾ ਦੀ ਜ਼ਾਤ ਨੇ ਇੱਜ਼ਤ ਦਿੱਤੀ, ਸ਼ੁਕਰ ਕਰਨਾ ਚਾਹੀਦਾ ਨਾ ਕਿ ਅੱਲਾ ਦੀ ਜ਼ਾਤ ਨੇ ਇੱਜ਼ਤ ਦਿੱਤੀ ਹੈ। ਤੇ ਜੇ ਉਹਨੂੰ ਜੀ ਨੂੰ ਆਖਣ ਵੀ ਗੋਹਿਆਂ ਨੂੰ ਜਾ ਕੇ ਸਹਿਆਂ ਨੂੰ ਜਾ, ਰੋਜ਼ ਰੋਜ਼ ਜਗਾੜ ਨਹੀਂ ਲੱਗਦੇ। ਤੇ ਜੇ ਅੱਲਾ ਨੇ ਲਾਇਆ ਤੇ ਸ਼ੁਕਰ ਅੱਲਾ ਦਾ ਕਰਨਾ ਚਾਹੀਦਾ। ਬੰਦੇ ਬੜੇ ਸਾਰੇ, ਮੈਂ ਕਿਸੇ ਪਾਰਟੀ ਦਾ ਨਾਂ ਨਹੀਂ ਲੈਂਦਾ ਕਿਉਂਕਿ ਮੈਨੂੰ ਸਾਰੇ ਹੀ ਬੜੇ ਮੁਹਤਰਮ ਨੇ। ਗੱਲ ਇਹ ਵੇ ਕਿ ਬੜੇ ਸਾਰੇ ਬੰਦੇ ਨੇ ਜਿਹੜੇ ਪਾਰਟੀ ਬੇਸ ਤੇ ਉਹ ਕੈਂਡੀਡੇਟ ਆਪਸ 'ਚ ਇੱਕੋ ਹੀ ਨੇ। ਜਿਹੜਾ ਜਿੱਤਿਆ ਹਰਨ ਵਾਲਾ ਉਹਦੇ ਘਰ ਮਠਿਆਈ ਦੇ ਕੇ ਆਇਆ, ਲੇਕਿਨ ਅਸੀਂ ਪਿੰਡ ਥਾਂ ਤੇ ਬਰਾਦਰੀ ਬੇਸ ਤੇ ਇੱਕ ਦੂਸਰੇ ਦੇ ਨਾਲ ਉਲਝਨੇ ਆਪਾਂ, ਇੱਕ ਦੂਸਰੇ ਤੋਂ ਉੱਚਾ ਹੋ ਪਵਾਨੇ ਆ ਵੀ ਸਾਡਾ ਉਹਦੇ ਨਾਲ ਤਲਕ, ਸਾਡਾ ਕੈਂਡੀਡੇਟ ਜਿੱਤ ਗਿਆ ਤੇ ਤੁਹਾਡਾ ਹਾਰ ਗਿਆ। ਠੀਕ ਹੈ, ਆਪਣੀ ਸਮਝ ਅਕਲ ਦਾ ਵੋਟ ਹੈ, ਜਿਹਨੇ ਕਿਸੇ ਜਿਹਨੂੰ ਦਿੱਤਾ, ਪਰ ਬਰਾਦਰੀ ਬੇਸ ਤੇ ਨਾ ਝਗੜੇ ਨੂੰ ਫਸਾਦ ਨੂੰ ਜਿਹੜਾ ਨਾ ਵਧਾਉਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਉਹ ਆਪਸ 'ਚ ਇੱਕ ਨੇ ਨਾ ਸਿਆਸਤਦਾਨ, ਸਾਨੂੰ ਤੁਹਾਨੂੰ ਵੀ ਇੱਕ ਹੀ ਰਹਿਣਾ ਚਾਹੀਦਾ। ਬਾਕੀ 'ਚ ਕਿਸੇ ਦਾ ਕਿਸੇ ਟਾਈਮ ਜਗਾੜ ਲੱਗ ਵੀ ਜਾਏ ਨਾ ਤੇ ਗਰੂਰ 'ਚ ਨਹੀਂ ਆਉਣਾ ਚਾਹੀਦਾ। ਇਹ ਅੱਲਾ ਦੀ ਦੇਣ ਹੁੰਦੀ ਹੈ, ਜੇ ਅੱਲਾ ਨੇ ਇੱਜ਼ਤ ਰੱਖੀ ਹੈ ਨਾ ਤੇ ਜਰ ਕੇ ਖਾਣਾ ਚਾਹੀਦਾ। ਉਹਨੂੰ ਏਡੀਆਂ ਅੱਡੀਆਂ ਨਹੀਂ ਚੁੱਕਣੀਆਂ ਚਾਹੀਦੀਆਂ।